ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਪੰਜਾਬ ਵਿੱਚ ਬਦਲਦੇ ਸਿਆਸੀ ਸਮੀਕਰਨਾਂ ਬਾਰੇ। ਸਾਡੇ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ। ਹਮੀਰ ਸਿੰਘ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ। ਹਮੀਰ ਸਿੰਘ ਜੀ, ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਜਿਹੜੀਆਂ ਨਜ਼ਦੀਕ ਆਉਂਦੀਆਂ ਜਾ ਰਹੀਆਂ ਨੇ, ਬਹੁਤ ਹੀ ਘੱਟ ਸਮਾਂ ਰਹਿ ਚੁੱਕਿਆ ਤੇ ਚੋਣਾਂ ਦੇ ਨਜ਼ਦੀਕ ਆਉਣ ਦੇ ਨਾਲ ਨਾਲ ਸਾਰੀ ਸਿਆਸੀ ਪਾਰਟੀਆਂ ਵੱਲੋਂ ਆਪਣੀ ਗਤੀਵਿਧੀਆਂ ਤੇਜ਼ ਕਰ ਦਿੱਤੀਆਂ ਨੇ ਤੇ ਜੋੜ ਤੋੜ ਕੀਤੀ ਜਾ ਰਹੀ ਹੈ। ਜੇਕਰ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਨੇ ਪਿਛਲੇ ਦਿਨੀ ਬਹੁਜਨ ਸਮਾਜ ਪਾਰਟੀ ਨਾਲ ਗਠਜੋੜ ਕੀਤਾ ਹੈ ਤੇ ਉਸ ਤੋਂ ਬਾਅਦ ਹੁਣ ਸ਼੍ਰੋਮਣੀ ਅਕਾਲੀ ਦਲ ਦਾ CPI ਨਾਲ ਗਠਜੋੜ ਦੀ ਜਿਹੜੀ ਚਰਚਾ ਚੱਲ ਰਹੀ ਹੈ, ਜਿਸ ਨੂੰ ਲੈ ਕੇ ਕਈ ਤਰ੍ਹਾਂ ਦੀ ਗੱਲਾਂ ਸਾਹਮਣੇ ਆ ਰਹੀਆਂ ਨੇ। ਇਸ ਬਾਰੇ CPI ਦੇ ਆਗੂ ਵੱਲੋਂ ਇੱਕ ਇਸ਼ਾਰਾ ਵੀ ਕੀਤਾ ਗਿਆ। ਅਸੀਂ ਜਾਣਨਾ ਚਾਹਾਂਗੇ ਜੇ ਹੁਣ ਇਹ ਸ਼੍ਰੋਮਣੀ ਅਕਾਲੀ ਦਲ ਦਾ CPI ਨਾਲ ਵੀ ਜੇ ਗਠਜੋੜ ਹੁੰਦਾ ਤਾਂ ਇਸ ਦੀ ਪੰਜਾਬ ਦੀ ਸਿਆਸਤ ਤੇ ਕਿਸ ਤਰ੍ਹਾਂ ਦਾ ਅਸਰ ਦੇਖਣ ਨੂੰ ਮਿਲੇਗਾ? ਬਿਲਕੁਲ, ਕਿਉਂਕਿ ਅਜੇ ਚੋਣਾਂ 'ਚ ਟਾਈਮ ਤਾਂ ਕਾਫੀ ਪਿਆ, ਪਰ ਸਾਡੇ ਵੋਟਾਂ ਤੋਂ ਬਿਨਾਂ ਕੋਈ ਅਜੇ ਸੁੱਝ ਹੀ ਨਹੀਂ ਰਿਹਾ, ਕਿਉਂਕਿ ਮੁੱਦਿਆਂ 'ਤੇ ਲੜਾਈ ਤਾਂ ਰਹੀ ਨਹੀਂ। ਅਤੇ ਇਸੇ ਕਰਕੇ ਇਹ ਗੱਲ ਪਹਿਲਾਂ ਸ਼ੁਰੂ ਹੋ ਜਾਂਦੀ ਹੈ। ਜਿਵੇਂ ਆਮ ਕਹਿ ਦਿੱਤਾ ਜਾਂਦਾ ਕਿ ਸਰਕਾਰ ਜਿਹੜੀ ਹੈ ਉਹ 4 ਸਾਲ ਕੰਮ ਕਰਦੀ ਹੈ, 5ਵਾਂ ਸਾਲ ਤਾਂ ਵੋਟਾਂ 'ਚ ਹੀ ਗੁਜ਼ਰਦਾ ਉਹਦਾ, ਅਤੇ ਵਿਰੋਧੀ ਪਾਰਟੀਆਂ ਦਾ ਵੀ ਵੋਟਾਂ 'ਚ ਹੀ ਗੁਜ਼ਰਦਾ। ਇਸੇ ਕਰਕੇ ਜਿਹੜੇ ਪਹਿਲੇ 4 ਸਾਲ ਹੁੰਦੇ ਨੇ ਉਦੋਂ ਵਿਰੋਧੀ ਪਾਰਟੀਆਂ ਵੀ ਕੋਈ ਕੰਮ ਨਹੀਂ ਕਰਦੀਆਂ ਵੀ ਨੇੜੇ ਜਾ ਕੇ ਸਰਕਾਰ ਖਿਲਾਫ ਕਰਾਂਗੇ, ਅਤੇ 4 ਸਾਲ ਲੋਕ ਬਿਲਕੁਲ ਹਵਾ 'ਚ ਲਟਕਦੇ ਰਹਿੰਦੇ ਨੇ ਦੋਨੇ ਧਿਰਾਂ ਦੇ ਪਾਸੋਂ, ਇੱਕ ਟਾਈਪ ਦਾ ਜਿਹੜਾ ਮਾਹੌਲ ਬਣਦਾ। ਹੁਣ ਜਿਹੜੀ ਇਹ ਪਹਿਲ ਕਦਮੀ ਹੈ ਜੋੜ ਤੋੜ ਦੇ ਵਿੱਚ, ਤਾਂ ਅਕਾਲੀ ਦਲ ਦੀ ਜਿਹੜਾ BSP ਨਾਲ ਸਮਝੌਤਾ ਕੀਤਾ ਅਤੇ ਅੱਗੇ ਖੱਬੀਆਂ ਧਿਰਾਂ CPI CPM ਦੋਨਾਂ ਨਾਲ ਉਹਨਾਂ ਨੇ ਕਿਹਾ, ਕਾਫੀ ਦੇਰ ਦੇ ਕਹਿ ਰਹੇ ਨੇ ਕਿ ਸਾਡਾ ਉਹਨਾਂ ਨਾਲ ਵੀ ਅਸੀਂ ਟਰਾਈ ਕਰ ਰਹੇ ਹਾਂ ਕਿਸੇ ਨਾ ਕਿਸੇ ਰੂਪ ਦੇ ਵਿੱਚ। ਔਰ CPI ਦਾ ਜਿਹੜੇ ਸੈਕਟਰੀ ਨੇ ਪੰਜਾਬ ਦੇ, ਉਹਨਾਂ ਨੇ ਵੀ ਇੱਕ ਵਾਈਟ ਦਿੱਤੀ ਹੈ ਔਰ ਉਹਨਾਂ ਨੇ ਇੱਕ ਪ੍ਰੇਜ ਵੀ ਕੀਤੀ ਹੈ ਇਸ ਐਂਗਲ ਦੀ ਕਿ ਅਕਾਲੀ ਦਲ ਦਾ ਉੱਥੋਂ BJP ਤੋਂ ਨਾਤਾ ਟੁੱਟਣਾ ਚੰਗਾ ਕੰਮ ਹੈ। ਹਿਸਟੋਰੀਕਲੀ ਅਕਾਲੀ ਦਲ ਮਤਲਬ ਆਮ ਦੱਬੇ ਕੁਚਲਿਆਂ ਦੇ ਪੱਖ ਦੀ ਪਾਰਟੀ ਰਹੀ ਹੈ। ਇਹ ਜਿਹੜੇ ਸੰਕੇਤ ਹੁੰਦੇ ਨੇ ਤਾਂ ਮਤਲਬ ਇਹ ਹੈ ਕਿ ਕੁਛ ਨਾ ਕੁਛ ਪੱਕ ਰਿਹਾ ਹੈ, ਨਹੀਂ ਤਾਂ ਉਸ ਰੂਪ ਦੇ ਵਿੱਚ ਨਹੀਂ ਤੁਸੀਂ ਕਰਦੇ ਹੁੰਦੇ ਗੱਲ। ਔਰ ਇਹ ਜਿਹੜਾ ਸਾਰਾ ਗੱਠਜੋੜ ਦਾ ਸਿਸਟਮ ਹੈ, ਇਹ ਗੱਠਜੋੜ ਦਾ ਸਿਸਟਮ ਸਾਰੀ ਉਸ ਬੁਨਿਆਦ ਨੂੰ ਮੁੱਖ ਰੱਖ ਕੇ ਹੁੰਦਾ ਹੈ ਕਿ ਜਿਹੜੀ ਇਹ ਗੱਲ ਕਰਦੀ ਹੈ ਕਿ ਕਿੱਥੋਂ ਕਿਹੜੀ ਵੋਟ ਸਾਨੂੰ ਆ ਸਕਦੀ ਹੈ, ਕਿਵੇਂ ਸਰਕਾਰ ਬਣਾ ਸਕਦੇ ਹਾਂ, ਸੱਤਾ 'ਤੇ ਕਾਬਜ਼ ਕਿਵੇਂ ਹੋ ਸਕਦੇ ਹਾਂ। ਸਾਰੀਆਂ ਗਿਣਤੀਆਂ ਮਿਣਤੀਆਂ ਉਹਦੇ ਨਾਲ ਉਹਨੂੰ ਧਿਆਨ 'ਚ ਰੱਖ ਕੇ ਕੀਤੀਆਂ ਜਾਂਦੀਆਂ ਨੇ। ਇਸੇ ਕਰਕੇ ਹਰ ਵਾਰ ਬਦਲ ਵੀ ਜਾਂਦੇ ਨੇ, ਬੜੀ ਵਾਰ ਨਾ ਗੱਠਜੋੜ ਬਦਲਦੇ ਨੇ। ਗੱਠਜੋੜ ਇਸ ਤਰ੍ਹਾਂ ਬਦਲਦੇ ਨੇ ਕਿ ਚੱਲ ਐਤਕੀ ਇਹਦੇ ਨਾਲ ਫਾਇਦਾ ਹੈ, ਕੱਲ੍ਹ ਨੂੰ ਉਹਦੇ ਨਾਲ ਫਾਇਦਾ ਹੈ। ਵਿਚਾਰਧਾਰਕ ਫਾਇਦੇ ਨਹੀਂ ਹੁੰਦੇ, ਵਿਚਾਰਧਾਰਕ ਗੱਲ ਨਹੀਂ ਹੁੰਦੀ। ਵਿਚਾਰਧਾਰਾ ਦੀ ਬਜਾਏ ਜਿੱਤ ਜਾਂ ਹਾਰ ਦੀ ਗੱਲ ਜਿਹੜੀ ਮੇਨ ਗੱਲ ਬਣੀ ਹੋਈ ਹੈ ਸਾਡੀ ਸਿਆਸਤ ਦੇ ਵਿੱਚ, ਜਿਹਦੇ ਕਰਕੇ ਫਿਰ ਅਸੀਂ ਇੱਕ ਮੁਹਾਵਰਾ ਜਿਵੇਂ ਆਮ ਸਿਰਜਦੇ ਹਾਂ ਨਾ ਕਿ ਜੰਗ ਅਤੇ ਪਿਆਰ 'ਚ ਸਭ ਕੁਝ ਜਾਇਜ਼ ਹੈ, ਉਸੇ ਤਰ੍ਹਾਂ ਅਸੀਂ ਸਿਆਸਤ 'ਚ ਅੱਜ ਕੱਲ੍ਹ ਇੱਕ ਮੁਹਾਵਰਾ ਸਿਰਜਿਆ ਹੋਇਆ। ਸਾਰੇ TV 'ਤੇ ਮੀਡੀਆ 'ਤੇ ਹਰ ਖਬਰਾਂ 'ਚ ਲਿਖਿਆ ਵੀ ਇਹੀ ਜਾ ਰਿਹਾ ਕਿ ਕੋਈ ਸਿਆਸਤ 'ਚ ਕਿਸੇ ਦਾ ਪੱਕਾ ਦੁਸ਼ਮਣ ਨਹੀਂ ਅਤੇ ਇੱਕ ਪੱਕਾ ਮਿੱਤਰ ਨਹੀਂ ਹੁੰਦਾ। ਬਾਕੀ ਕਿੱਥੇ ਕੋਈ ਪੱਕੇ ਮਿੱਤਰ ਅਤੇ ਦੁਸ਼ਮਣ ਹੁੰਦੇ ਨੇ ਜੀ? ਇਕੱਲਾ ਸਿਆਸਤ 'ਚ ਕਿਉਂ, ਬਾਕੀ ਹਰ ਗੱਲ ਪੱਕੀ ਹੁੰਦੀ ਹੈ। ਕੋਈ ਕਿਤੇ ਐ ਉਹ ਚੀਜ਼ਾਂ ਬਦਲਦੀਆਂ ਰਹਿੰਦੀਆਂ ਨੇ, ਉਹ ਇੱਕ ਅਲੱਗ ਗੱਲ ਹੈ। ਪਰ ਉਸ ਗੈਰ ਅਖਲਾਕੀ ਚੀਜ਼ਾਂ ਨੂੰ ਇਸ ਮੁਹਾਵਰੇ ਦੀ ਪੁੱਠ ਦੇ ਕੇ ਵਾਜਬ ਠਹਿਰਾਉਣ ਦਾ ਜਿਹੜਾ ਤਰੀਕਾ ਹੈ, ਇਹ ਸੱਤਾਧਾਰੀ ਧਿਰ ਜਿਹੜੀ ਹੈ ਜਾਂ ਸਿਆਸਤਦਾਨ ਜਿਹੜੇ ਨੇ ਇਹਦੇ 'ਚ ਸਫਲ ਹੋ ਗਏ। ਸਾਡੇ ਮੂੰਹ 'ਚ ਜਿਹੜਾ ਉਹ ਸ਼ਬਦਾਵਲੀ ਪਾਉਣ ਦੇ ਕਰਕੇ ਅਸੀਂ ਵੀ ਉਹੀ ਬੋਲੀ ਬੋਲਣ ਲੱਗ ਜਾਂਦੇ ਹਾਂ ਬਹੁਤ ਵਾਰ ਕਿ ਸਭ ਕੁਝ ਠੀਕ ਹੈ। ਇਹਦਾ ਮਤਲਬ ਫਿਰ ਸਵਾਲੀਆ ਨਿਸ਼ਾਨ ਕੁਝ ਨਹੀਂ। ਤੁਸੀਂ ਪਾਰਟੀ ਛੱਡ ਕੇ ਛਾਲ ਮਾਰਤੀ ਤਾਂ ਕੋਈ ਗੱਲ ਨਹੀਂ, ਅੱਜ ਇੱਕ ਦੂਜੇ ਨੂੰ ਗਾਲਾਂ ਕੱਢਦੇ ਸੀ ਤਾਂ ਹੁਣ ਇਕੱਠੇ ਹੋ ਗਏ ਤਾਂ ਕੋਈ ਗੱਲ ਨਹੀਂ, ਅਤੇ ਇੱਧਰ ਦੀ ਬਜਾਏ ਉੱਧਰ ਹਲਕੇ ਦੇ ਲੋਕਾਂ ਦੀ ਕੋਈ ਗੱਲ ਨਹੀਂ, ਲੋਕਾਂ ਦੇ ਪ੍ਰਤੀ ਜਵਾਬਦੇਹੀ ਦੀ ਕੋਈ ਗੱਲ ਨਹੀਂ, ਸਿਧਾਂਤ ਦੀ ਕੋਈ ਗੱਲ ਨਹੀਂ, ਫਿਰ ਉੱਧਰ ਚਲੀ ਜਾਂਦੀ ਹੈ ਇਹ ਚੀਜ਼। ਇਸੇ ਤਰ੍ਹਾਂ ਜਿਹੜਾ ਇਹ ਸਵਾਲ ਹੋਇਆ ਕਿ ਜਿੱਤਣ ਦਾ, ਬਿਲਕੁਲ ਉਹਨਾਂ ਨੂੰ ਧਿਆਨ 'ਚ ਰੱਖਿਆ ਕਿਉਂਕਿ ਅਕਾਲੀ ਦਲ ਜਿਹੜਾ ਸੀ ਉਹ BJP ਨਾਲ ਅਲਾਈ ਸੀ। BJP ਨਾਲ ਉਹਨੇ ਅਲਾਇੰਸ ਉਦੋਂ ਕੀਤਾ ਜਦੋਂ ਉਹਨੂੰ ਲੱਗ ਰਿਹਾ ਸੀ ਕਿ ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਖਾੜਕੂਬਾਦ ਦਾ ਦੌਰ ਚੱਲਿਆ ਸੀ ਪੰਜਾਬ ਦੇ ਵਿੱਚ, ਜਿਸ 'ਚ ਬਹੁਤ ਜ਼ਿਆਦਾ ਕੁਰਬਾਨੀਆਂ ਹੋਈਆਂ, ਮੌਤਾਂ ਹੋਈਆਂ, ਬੰਦਿਆਂ ਦੇ ਕਤਲ ਹੋਏ ਅਤੇ ਬਹੁਤ ਵੱਡਾ ਨੁਕਸਾਨ ਜਾਨੀ ਅਤੇ ਮਾਲੀ ਹੋ ਚੁੱਕਿਆ ਸੀ, ਜਿਹਦੇ 'ਚ ਦਰਬਾਰ ਸਾਹਿਬ 'ਤੇ ਹਮਲਾ, ਜਿਹਦੇ 'ਚ ਇੰਦਰਾ ਗਾਂਧੀ ਦਾ ਕਤਲ, ਦਿੱਲੀ ਦੇ ਅਤੇ ਹੋਰ ਕਈ ਰਾਜਾਂ ਦੇ ਵਿੱਚ ਜਿਹੜਾ ਸਿੱਖ ਵਿਰੋਧੀ ਕਤਲੇਆਮ, ਅਤੇ ਉਦੋਂ ਬਾਅਦ ਅਕਾਲੀ ਦਲ ਦਾ ਬਾਈਕਾਟ 92 ਦੇ ਵਿੱਚ ਬਾਈਕਾਟ ਤੋਂ ਬਾਅਦ ਕਾਂਗਰਸ ਸਰਕਾਰ ਦਾ ਆਉਣਾ, ਅਤੇ ਕਾਂਗਰਸ ਸਰਕਾਰ ਦੇ ਆਉਣ ਦੇ ਵੇਲੇ ਵੀ ਜਿੰਨਾ ਮਨੁੱਖੀ ਅਧਿਕਾਰਾਂ ਦਾ ਜਿਹੜਾ ਘਾਣ ਹੋਇਆ, ਉਹਦੇ ਸਾਰੇ ਤੋਂ ਅੱਕੇ ਲੋਕ ਸੀ। ਉਹ ਸਾਰੇ ਤੋਂ ਅਕੇਵੇਂ ਦੇ ਵਿੱਚ ਇੱਕ ਗੱਲ ਸਭ ਤੋਂ ਪਹਿਲਾਂ ਹੋਈ ਸੀ ਜਿਹਦੇ 'ਚ ਇੱਕ ਟੋਟਲ ਆਪੋਜੀਸ਼ਨ ਇਕੱਠੀ ਹੋਈ ਸੀ। ਉਹ ਸੀ ਅੱਜ ਦਾ ਮਨਪ੍ਰੀਤ ਬਾਦਲ, ਜਿਹੜਾ ਪਹਿਲੀ ਸਿਆਸਤ 'ਚ ਜਿਹਨੇ ਛਾਲ ਮਾਰੀ ਸੀ ਜੰਗ ਤੌਰ 'ਤੇ, ਉਹ ਹੈ ਗਿੱਦੜਬਾਹੇ ਦੀ ਬਾਈ ਇਲੈਕਸ਼ਨ। ਗਿੱਦੜਬਾਹੇ ਦੀ ਬਾਈ ਇਲੈਕਸ਼ਨ ਦੇ ਵਿੱਚ
ਟੋਟਲ ਪੋਲੀਟੀਕਲ ਪਾਰਟੀਆਂ ਇੱਕ ਪਾਸੇ ਤੇ ਕਾਂਗਰਸ ਇੱਕ ਪਾਸੇ ਸੀ। ਉਦੋਂ ਬੇਅੰਤ ਸਿੰਘ ਦੀ ਸਰਕਾਰ ਸੀ। ਈਵਨ ਬਾਬੂ ਕਾਂਸੀ ਰਾਮ ਉੱਥੇ ਉਸ ਚੋਣ ਪ੍ਰਕਿਰਿਆ ਦੇ ਵਿੱਚ ਉਸ ਦੇ ਵਿੱਚ ਆਏ ਸੀ ਅੰਦੋਲਨ ਦੇ ਵਿੱਚ, ਤਾਂ ਕਿ ਬਹੁਤ ਥੋੜ੍ਹੇ ਮਾਰਜਨ ਨਾਲ 2000 ਵੋਟਾਂ ਦੇ ਮਾਰਜਨ ਨਾਲ ਜਿਹੜੇ ਮਨਪ੍ਰੀਤ ਜਿੱਤਿਆ ਸੀ ਉਦੋਂ। ਤੇ ਉਦੋਂ ਇਹ ਲੱਗ ਰਿਹਾ ਸੀ ਵੀ ਕਿਉਂਕਿ ਪੰਜਾਬ ਦਾ ਦਰਦ ਸੀ, ਟੋਟਲ ਇੰਟਾਇਰ ਟੋਟਲ ਆਪੋਜੀਸ਼ਨ ਇੱਕ ਪਾਸੇ ਸੀ, ਬਾਕੀ ਵਿੱਚ ਸਾਰਾ ਕੁਝ ਛੱਡਦੇ ਹੋਏ, ਕਿਉਂਕਿ ਇੱਕ ਲੋਕਾਂ ਦਾ ਸੈਂਟੀਮੈਂਟ ਸੀ, ਲੋਕਾਂ ਦਾ ਮਾਹੌਲ ਇਹੋ ਜਿਹਾ ਬਣਿਆ ਹੋਇਆ ਸੀ ਕਿ ਇੱਕ ਅਲੱਗ ਗੱਲ ਹੈ। ਉੱਥੋਂ ਹੀ ਜਿਹੜਾ ਜੁਆਇੰਟ ਸੀਗਾ ਚੱਕਿਆ ਚੁਕਾਇਆ ਉਹੀ ਬੀਐਸਪੀ ਨਾਲ 96 ਦੀ ਪਾਰਲੀਮੈਂਟ ਦੇ ਵਿੱਚ ਆਇਆ। ਪਰ 96 ਦੀ ਪਾਰਲੀਮੈਂਟ ਦੇ ਵਿੱਚ ਹੀ ਟੁੱਟ ਗਿਆ ਇਹ ਅਲਾਇੰਸ। ਕਿਵੇਂ ਟੁੱਟ ਗਿਆ? ਕਿਉਂਕਿ ਜਦੋਂ ਵੋਟਾਂ ਦੀ ਗਿਣਤੀ ਹੋ ਗਈ, ਵੋਟਾਂ ਦੀ ਗਿਣਤੀ ਤੋਂ ਬਾਅਦ ਅਕਾਲੀ ਦਲ ਨੇ ਛਾਲ ਮਾਰੀ ਕਿ ਉਦੋਂ ਜਿੰਨੇ ਵੀ ਦੇਸ਼ ਦੀਆਂ ਖੇਤਰੀ ਪਾਰਟੀਆਂ ਸੀ, ਦੇਸ਼ ਦੀਆਂ ਘੱਟ ਗਿਣਤੀਆਂ ਨਾਲ ਸੰਬੰਧਿਤ ਪਾਰਟੀਆਂ ਸੀ, ਜਾਂ ਦੇਸ਼ ਦੀਆਂ ਆਪਣੇ ਆਪ ਨੂੰ ਧਰਮ ਨਿਰਪੱਖ ਕਹਾਉਂਦੀਆਂ ਪਾਰਟੀਆਂ ਸੀ, ਉਹ ਬੀਜੇਪੀ ਦੇ ਨੇੜੇ ਜਾਣ ਲਈ ਕੋਈ ਵੀ ਤਿਆਰ ਨਹੀਂ ਸੀ ਜੀ। ਅਕਾਲੀ ਦਲ ਇਹ ਪਹਿਲੀ ਪਾਰਟੀ ਸੀ ਇਸ ਰੀਜਨ ਤੋਂ ਜਿਹਨੇ ਕਿਹਾ ਕਿ ਅਸੀਂ ਬੀਜੇਪੀ ਨੂੰ ਬਿਨਾਂ ਸ਼ਰਤ ਹਮਾਇਤ ਦਿੰਦੇ ਹਾਂ ਜੀ। ਬਿਨਾਂ ਸ਼ਰਤ ਹਮਾਇਤ ਤੋਂ 13 ਦਿਨ ਦੀ ਵਾਜਪਾਈ ਦੀ ਸਰਕਾਰ ਜਿਹੜੀ ਸੀ ਜਿਹਨੂੰ ਦਿੱਤੀ ਅਕਾਲੀ ਦਲ ਨੇ। ਉਦੋਂ ਬਾਅਦ ਫਿਰ ਇਹ ਚੱਲ ਪਏ ਉਸ ਤਰੀਕੇ ਦੇ 96 ਤੋਂ ਬਾਅਦ ਲਗਾਤਾਰ ਕਿ ਸਾਡਾ 9 ਮਾਸ ਦਾ ਰਿਸ਼ਤਾ ਹੈ। ਬਾਦਲ ਸਾਹਿਬ ਕਦੇ ਪਤੀ ਪਤਨੀ ਦਾ ਰਿਸ਼ਤਾ ਵੀ ਕਹਿ ਦਿੰਦੇ ਸੀ, ਹਾਸੇ ਨਾਲ ਲੋਕ ਪੁੱਛਦੇ ਪਤੀ ਕੌਣ ਹੈ ਪਤਨੀ ਕੌਣ ਹੈ, ਉਹ ਵੀ ਗੱਲਾਂ ਉਸੇ ਤਰੀਕੇ ਨਾਲ ਚੱਲਦੀਆਂ ਰਹੀਆਂ। ਤੇ ਇਹਦਾ ਮਤਲਬ ਸੀ ਜਦੋਂ 96 'ਚ ਹੀ ਬੀਜੇਪੀ ਨਾਲ ਚਲੇ ਗਏ ਤਾਂ 97 ਦੀ ਜਿਹੜੀ ਤੁਰੰਤ ਦੀ ਵਿਧਾਨ ਸਭਾ ਚੋਣ ਹੋਣੀ ਸੀ ਜਿਸ 'ਚ ਅਕਾਲੀ ਦਲ ਨੇ ਵੀ ਸ਼ਾਮਲ ਹੋਣਾ ਸੀ, ਬੀਐਸਪੀ ਨਾਲ ਨਹੀਂ ਸੀ ਸਮਝੌਤਾ ਜੀ। ਬੀਐਸਪੀ ਨਾਲ 97 'ਚ ਹੀ ਟੁੱਟ, ਉਦੋਂ 96 'ਚ ਹੀ ਟੁੱਟ ਚੁੱਕਿਆ ਸੀ ਸਮਝੌਤਾ ਦਾ ਜਦੋਂ ਤੁਸੀਂ ਦੂਜੇ ਪਾਸੇ ਚਲੇ ਗਏ ਸੀ। ਔਰ 97 ਤੋਂ ਫਿਰ ਬੀਜੇਪੀ ਨਾਲ ਚੱਲਦਾ ਸੋ ਚੱਲ ਉਹਨੂੰ ਇਹਨਾਂ ਨੇ ਕਿਹਾ ਕਿ ਅਸਲ ਦੇ ਵਿੱਚ ਇਹ ਬਹੁਤ ਜ਼ਰੂਰਤ ਹੈ ਜੀ। ਹਿੰਦੂ ਸਿੱਖ ਯੂਨਿਟੀ ਦਾ ਸਵਾਲ ਹੈ, ਬੀਜੇਪੀ ਨੂੰ ਹਿੰਦੂਆਂ ਦੀ ਪਾਰਟੀ ਪ੍ਰਤੀਨਿਧ ਬਣਾਤਾ ਤੇ ਅਕਾਲੀ ਦਲ ਨੂੰ ਪੰਥ ਦੀ ਸਿੱਖਾਂ ਦੀ ਪ੍ਰਤੀਨਿਧ ਬਣਾਤਾ ਕਿ ਇਹ ਸਾਡਾ ਦੋ ਪਾਰਟੀਆਂ ਦਾ ਮੇਲ ਹਿੰਦੂ ਸਿੱਖਾਂ ਦੇ ਇੱਕੇ ਦਾ ਮੇਲ ਬਣਾਤਾ। ਤੇ ਹਾਲਾਂਕਿ ਉਹ ਜਿਹੜਾ ਸਾਰਾ ਸਵਾਲ ਸੀ ਸਿਧਾਂਤਕ ਟਕਰਾਅ ਜਿਹੜੇ ਸੀ ਦੋਨਾਂ ਦੇ ਵਿੱਚ, ਉਹ ਟਕਰਾਵਾਂ 'ਚੋਂ ਸਰੈਂਡਰ ਕਿਹਨੇ ਕੀਤਾ? ਸਰੈਂਡਰ ਕੀਤਾ ਅਕਾਲੀ ਦਲ ਨੇ। ਬੀਜੇਪੀ ਨੇ ਆਪਣੀ ਵਿਚਾਰਧਾਰਾ ਸਰੈਂਡਰ ਨਹੀਂ ਕੀਤੀ, ਬੀਜੇਪੀ ਨੇ ਆਪਣਾ ਉਸ ਲੈਵਲ ਦਾ ਮਾਹੌਲ ਐਂਗਲ ਨਹੀਂ ਸਰੈਂਡਰ ਕੀਤਾ। ਇਹ ਠੀਕ ਹੈ ਕਿ ਕੇਂਦਰ ਦੀ ਸੱਤਾ ਚਲਾਉਣ ਦੇ ਲਈ ਕਿ ਕੋਲੂਸ਼ਨ ਸਰਕਾਰ ਸੀ, ਉਹਨੇ 3 ਮੁੱਦੇ ਥੋੜ੍ਹੀ ਦੇਰ ਲਈ ਪਿੱਛੇ ਰੱਖਤੇ, ਪਰ ਗੱਲ ਉਹ ਮੈਨੀਫੈਸਟੋ 'ਚ ਵੀ ਹਮੇਸ਼ਾ ਕਰਦੀ ਰਹੀ, ਚਾਹੇ ਉਹ 370 ਧਾਰਾ ਦਾ ਸਵਾਲ ਸੀ, ਚਾਹੇ ਉਹ ਕਾਮਨ ਸਿਵਲ ਸਾਂਝੇ ਸਿਵਲ ਕੋਡ ਦਾ ਸਵਾਲ ਸੀ, ਚਾਹੇ ਰਾਮ ਮੰਦਰ ਦਾ ਸਵਾਲ ਸੀ। ਇਹ 3 ਮੁੱਦੇ ਉਹ ਵੀ ਦੂਜੀਆਂ ਪਾਰਟੀਆਂ ਆਵਾਜ਼ ਉਠਾਉਂਦੀਆਂ ਰਹੀਆਂ ਕਿ ਇਹਨਾਂ ਨੂੰ ਵਿੱਚ ਨਾ ਕਰੋ, ਪਰ ਅਕਾਲੀ ਦਲ ਨੇ ਤਾਂ ਅਨਕੰਡੀਸ਼ਨਲ ਸਪੋਰਟ ਸੀ ਉਦੋਂ ਵੀ। ਇਹਦਾ ਮਤਲਬ ਤੁਸੀਂ ਉਦੋਂ ਇਹ ਛੱਡ ਚੁੱਕੇ ਸੀ ਜਿਹੜਾ ਫੈਡਰਲ ਸਟਰਕਚਰ ਦਾ ਸਵਾਲ, ਘੱਟ ਗਿਣਤੀਆਂ ਦੀ ਸੁਰੱਖਿਆ ਦਾ ਸਵਾਲ। 92 ਦੇ ਵਿੱਚ ਬਾਬਰੀ ਮਸਜਿਦ ਢਾਹੀ, ਅਕਾਲੀ ਦਲ ਖਾਮੋਸ਼ ਕਿਉਂ ਰਿਹਾ? ਜਦੋਂ ਉਸ ਪੱਧਰ ਦੇ ਉੱਤੇ ਇੱਕ ਜਿਵੇਂ ਦਰਬਾਰ ਸਾਹਿਬ ਤੇ ਇੱਕ ਹਮਲਾ ਹੋਇਆ, ਘੱਟ ਗਿਣਤੀ ਸੀ, ਉੱਥੇ ਮੁਸਲਿਮ ਆਸਥਾ ਦਾ ਵੀ ਸਵਾਲ ਸੀ ਤੇ ਉਹਦੇ ਤੇ ਵੀ ਹੋਇਆ। ਮੋਦੀ ਦੇ ਦੌਰਾਨ ਰਾਜ ਦੇ ਦੌਰਾਨ ਜਿਹੜੇ ਅਤਿਆਚਾਰ ਹੋਏ, ਜਿਹੜੇ ਗੋਧਰਾ ਦੇ ਵਿੱਚ ਜਾਂ ਬਾਕੀ ਗੁਜਰਾਤ 'ਚ ਦੰਗੇ ਹੋਏ, ਉਹਦੀ ਜਾਂਚ ਦੀ ਅਕਾਲੀ ਦਲ ਨੇ ਮੰਗ ਨਹੀਂ ਕੀਤੀ ਉਸ ਪੱਧਰ 'ਤੇ। ਤੁਸੀਂ ਉਹ ਇਖਲਾਕੀ ਔਰਾ ਜਿਹੜਾ ਅਕਾਲੀ ਦਲ ਦਾ ਸੀ, ਜਿਹੜੇ ਅਕਾਲੀ ਦਲ ਨੇ 1975 ਦੇ ਵਿੱਚ ਇੰਦਰਾ ਗਾਂਧੀ ਉਹਨਾਂ ਨੂੰ ਪਲੇਟ 'ਚ ਰੱਖ ਕੇ ਦਿੰਦੀ ਸੀ ਕਿ ਤੁਸੀਂ ਆਪਣੀ ਸਰਕਾਰ ਚਲਾਓ, ਤੁਹਾਨੂੰ ਜਿੰਨਾ ਮਰਜ਼ੀ ਰਾਜ ਕਰੀ ਜੋ, ਕੋਈ ਪਰਵਾਹ ਨਹੀਂ। ਪਰ ਅਕਾਲੀ ਦਲ ਨੇ ਸਟੈਂਡ ਲਿਆ ਸੀ ਕਿ ਨਹੀਂ, ਸਾਨੂੰ ਮਨੁੱਖਤਾ ਲਈ ਲੜਨ ਦਾ ਸਬਕ ਸਿਖਾਇਆ ਗਿਆ, ਅਸੀਂ ਮਨੁੱਖੀ ਅਧਿਕਾਰਾਂ ਦੀ ਲੜਾਈ ਲਈ ਲੜਾਂਗੇ। ਤੇ ਟੋਟਲ 19 ਦੇ 19 ਮਹੀਨੇ ਅਕਾਲ ਤਖਤ ਤੋਂ ਮੋਰਚਾ ਲੱਗਿਆ ਰਿਹਾ ਐਮਰਜੈਂਸੀ ਦੇ ਖਿਲਾਫ। ਉਹ ਜਿਹੜਾ ਕਿਰਦਾਰ ਸੀ ਅਕਾਲੀ ਦਲ ਦਾ, ਜਿਹੜੀ ਉਹ ਪਹੁੰਚ ਸੀ ਅਕਾਲੀ ਦਲ ਦੀ, ਉਹ ਉਦੋਂ ਆਉਂਦੀ ਖਤਮ ਹੋ ਗਈ। ਤੇ ਉਦੋਂ ਬਾਅਦ ਹੁਣ ਕਿਉਂਕਿ ਹੁਣ ਵੀ ਬੀਜੇਪੀ ਨਾਲ ਹੀ ਸੀ ਮੈਂਟਲੀ ਅਸਲ ਦੇ ਵਿੱਚ, ਜਿੰਨਾ ਚਿਰ ਜਦੋਂ ਚੋਣ ਇਹ ਡਰਾਫਟ ਵੀ ਹੋ ਗਿਆ ਸੀ, ਆਰਡੀਨੈਂਸ ਵੀ ਜਾਰੀ ਹੋ ਗਏ ਸੀ, ਆਰਡੀਨੈਂਸਾਂ ਦੇ ਬਾਵਜੂਦ ਉਹਦੀ ਪੂਰੀ ਤਰ੍ਹਾਂ ਵਿਆਖਿਆ ਕਰਦੇ ਅਕਾਲੀ ਦਲ ਦੇ ਪ੍ਰਧਾਨ ਬਾਰ-ਬਾਰ ਤੇ ਅਕਾਲੀ ਦਲ ਦੇ ਬੰਦੇ ਦਿਖਾਈ ਦਿੱਤੇ। ਉਹ ਮੂਵਮੈਂਟ ਹੀ ਐਡੀ ਵੱਡੀ ਹੋ ਗਈ ਕਿਉਂਕਿ ਜਦੋਂ ਗਰਾਊਂਡ ਅੱਧੀ ਗਰਾਊਂਡ ਤਾਂ ਜਿਹੜੀ ਸਿੱਖੀ ਦੀ ਗਰਾਊਂਡ ਸੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ ਤੇ ਚਲੀ ਗਈ ਸੀ ਜੀ। ਇਸੇ ਕਰਕੇ 2017 ਦੀ ਚੋਣ ਹੈ, ਕੇਵਲ 15 ਸੀਟਾਂ ਤੇ ਇਤਿਹਾਸਕ ਤੌਰ ਤੇ ਸਭ ਤੋਂ ਘੱਟ ਸੀਟਾਂ ਤੇ ਸਿਮਟ ਗਿਆ ਸੀ ਅਕਾਲੀ ਦਲ। ਤੇ ਦੂਜੀ ਉਹਨਾਂ ਨੂੰ ਇਹ ਸੀ ਕਿ ਜੱਟ ਸਿੱਖ ਜਿਹੜਾ ਮੇਨ ਆਧਾਰ ਹੈ ਉਹਦੇ ਚੋਂ ਇਹ ਕਿਸਾਨੀ ਮੁੱਦੇ ਤੇ ਹੋਰ ਖਿਸਕ ਜੂਗੀ। ਤੇ ਉਦੋਂ ਬਾਅਦ ਉਹਨਾਂ ਨੇ ਉਹਨੂੰ ਜਿਵੇਂ ਕਹਿੰਦੇ ਨੇ ਇੱਕ ਅੱਖ ਚੱਬਣਾ ਪਿਆ ਤੇ ਬੀਜੇਪੀ ਨਾਲੋਂ ਵਾਪਸ ਆਉਣਾ ਪਿਆ ਜੀ। ਹੁਣ ਉਹਦੇ ਸਾਹਮਣੇ ਇੱਕ ਕੁਐਸਚਨ ਇਹ ਸੀ ਕਿ ਅਗਲੀ ਜੇ ਚੋਣ ਜਿੱਤਣੀ ਹੈ, ਅਜੇ ਸਿੱਖੀ ਦੇ ਵਿੱਚ ਉਹ ਸਵਾਲ ਖੜੇ ਹੋਏ ਨੇ ਪਹਿਲੇ ਹੀ ਜੀ, ਉੱਧਰ ਉਹਨਾਂ ਨਹੀਂ ਜਾ ਸਕਦੇ। ਕਿਉਂਕਿ ਜਿਹੜਾ ਅਕਾਲੀ ਦਲ ਨੂੰ 33% ਵੋਟ ਪਈ ਸੀ 2012 ਦੇ ਵਿੱਚ, 33 ਤੋਂ ਵੀ ਜ਼ਿਆਦਾ, ਤੇ ਉਹ 25% ਤੇ 25.5 ਤੇ ਆ ਗਿਆ ਸੀ 2017 'ਚ
ਘਟ ਕੇ ਐਡਾ ਵੱਡਾ ਮਾਰਜਨ 8% ਵੋਟ ਦਾ ਜਿਹੜਾ ਖੁੱਸਿਆ ਸੀ ਤੇ ਉਹਨੂੰ ਮੁੜ ਕੇ ਬਹਾਲ ਨਹੀਂ ਹੋਇਆ ਤੇ ਥੋੜਾ ਜਿਹਾ ਫਰਕ ਬੜਾ ਮਾਮੂਲੀ 26% ਤੇ ਆਇਆ 2019 ਦੀਆਂ ਚੋਣਾਂ ਦੇ ਵਿੱਚ। ਉਹਨਾਂ ਨੂੰ ਇਹ ਪਤਾ ਹੈ ਕਿ ਫਿਰ ਕੀ ਕੀਤਾ ਜਾਏ ਉਹਦੀ ਭਰਪਾਈ ਦੇ ਵਾਸਤੇ। ਉਹਦੀ ਭਰਪਾਈ ਦੇ ਵਾਸਤੇ ਫਿਰ ਉਹਨਾਂ ਨੂੰ ਲੱਗਿਆ ਕਿ ਆਪਾਂ BSP ਨਾਲ ਜਾਓ, ਜੇ ਹੁਣ ਉੱਧਰ ਨਹੀਂ ਜਾ ਸਕਦੇ ਇੱਧਰ ਜਾਓ, ਤਾਂ ਕਿ ਇੱਕ ਜਿਹੜਾ ਕਿਸਾਨ ਮਜ਼ਦੂਰ ਦਾ ਵੀ ਸਵਾਲ ਪੈਦਾ ਹੋ ਰਿਹਾ ਕਿ ਇਕੱਠਾ ਹੋਊ, ਕਿਰਤੀ ਵਰਗ ਇਕੱਠਾ ਹੋਊ ਤੇ ਉਹਦੇ ਨਾਲ ਕਰ ਲਓ। BSP ਵੀ ਆਪਣੀ ਹੋਂਦ ਦੀ ਲੜਾਈ ਲੜ ਰਹੀ ਹੈ। ਜਿਹੜੀ BSP 92 'ਚ 9 ਜਿੱਤ ਕੇ ਅਕਾਲੀ ਦਲ ਦੇ ਬਾਈਕਾਟ ਦੇ ਕਾਰਨ ਉਹ ਸੀ, ਜਿਹੜੀ 96 'ਚ 3 MP ਜਿੱਤ ਕੇ ਤੇ 97 'ਚ ਆਉਂਦੇ ਆਉਂਦੇ ਕੇਵਲ ਇੱਕ ਗੜ੍ਹਸ਼ੰਕਰ ਦੀ ਸੀਟ ਜਿੱਤੀ ਜਾ ਚੁੱਕੀ ਸੀ ਤੇ ਉਸ ਤੋਂ ਬਾਅਦ ਉਹਦਾ ਘਟਦਾ ਗਿਆ ਤੇ BSP ਨੂੰ ਇਹ ਸਮਝ ਆ ਗਿਆ ਕਿ ਬਿਨਾਂ ਅਲਾਇੰਸ ਤੋਂ ਸਾਡੇ ਲਈ ਪੰਜਾਬ 'ਚ ਸੀਟਾਂ ਜਿੱਤਣਾ ਮੁਸ਼ਕਲ ਕੰਮ ਹੈ ਜੀ, ਬਿਨਾਂ ਗੱਠਜੋੜ ਤੋਂ। ਜਿਵੇਂ ਅਕਾਲੀ ਦਲ ਨੂੰ ਸਮਝ ਆਇਆ ਹੋਇਆ, ਅਕਾਲੀ ਦਲ ਨੇ 85 ਤੋਂ ਬਿਨਾਂ ਬਾਕੀ ਜਗ੍ਹਾ ਜਨਸੰਘ ਨਾਲ ਜਾਂ BJP ਨਾਲ ਤੇ ਵੱਖ-ਵੱਖ ਤਰੀਕਿਆਂ ਨਾਲ ਅਲਾਇੰਸ ਕੀਤਾ ਹਮੇਸ਼ਾ ਹੀ, ਤਾਂ ਕਿ ਵੋਟ ਪਰਸੈਂਟੇਜ ਉਸ ਲੈਵਲ ਦੀ ਚਲੀ ਜਾਏ। ਔਰ ਹੁਣ BSP ਦਾ 1.5% ਰਹਿ ਗਿਆ ਸੀ। ਪਰ ਇੱਕ ਗੱਲ ਦੇਖਣ ਵਾਲੀ ਹੈ 2019 ਦੀ PDA ਬਣਿਆ ਸੀ, ਜਿਹੜਾ ਪੰਜਾਬ ਡੈਮੋਕ੍ਰੈਟਿਕ ਅਲਾਇੰਸ, ਜਿਹਦੇ 'ਚ ਗਾਂਧੀ, ਖਹਿਰਾ ਸਾਰੇ ਬੰਦੇ ਵੱਖ-ਵੱਖ ਸ਼ਾਮਲ ਸੀ। ਹਾਲਾਂਕਿ ਕੋਈ ਉਹਨਾਂ ਦੀ ਐਡੀ ਅਪੀਲ ਨਹੀਂ ਸੀ ਦੇਸ਼ 'ਤੇ। BJP ਨੇ 3 ਸੀਟਾਂ ਲੜੀਆਂ। BJP ਨੇ ਸੀਟ ਲੜੀ ਜਲੰਧਰ, ਹੁਸ਼ਿਆਰਪੁਰ ਤੇ ਅਨੰਦਪੁਰ ਸਾਹਿਬ ਪਾਰਲੀਮੈਂਟ ਦੀ। ਇਸੇ 'ਚ ਉਹਦਾ ਵੋਟ ਸ਼ੇਅਰ ਵੱਧ ਕੇ 3.5% ਹੋ ਜਾਂਦਾ। ਜਿਹੜੇ ਲੋਕ BJP ਨੂੰ ਇਹ ਕਹਿੰਦੇ ਨੇ ਕਿ BSP ਨੂੰ ਮਾੜੀਆਂ ਸੀਟਾਂ ਦੇਤੀਆਂ, ਉਹ 17 'ਚ ਬਿਲਕੁਲ ਜਿਹੜਾ ਉਹ ਇੱਕ 12 ਦੀਆਂ 20 ਸੀਟਾਂ ਦਾ ਬਿਊਰੋ ਦਿੰਦੇ ਨੇ, 5208 6000 ਤੋਂ ਵੱਧ ਕਿਸੇ 'ਚ ਨਹੀਂ ਹੈ ਜੀ। ਪਰ ਉਹ ਪਾਰਲੀਮੈਂਟ ਵੀ ਦੇਖ ਲੈਣ 2019 ਦੀ ਮੁੜ ਕੇ 2019 ਦੇ ਵਿੱਚ ਉਹਨਾਂ ਕੋਲ 26-27 ਹਜ਼ਾਰ ਤੋਂ ਲੈ ਕੇ 35-40 ਹਜ਼ਾਰ ਤੱਕ ਵੋਟ ਹੈ ਇਹਨਾਂ ਅਸੈਂਬਲੀ ਕੰਸਟੀਟਿਊਐਂਸੀ 'ਚ ਜਿਹੜੀ ਮਿਲੀ ਹੈ। ਉਹ ਅਲਾਇੰਸ ਕਰਕੇ ਮਿਲੀ ਹੈ। ਇੱਥੇ ਕੋਈ ਬਾਕੀ ਲੀਡਰਾਂ ਦਾ ਤਾਂ ਕੋਈ ਅਸਰ ਨਹੀਂ ਨਾ। BJP ਦਾ ਕੇਡਰ ਉਹ 'ਚ ਸਰਗਰਮ ਹੁੰਦਾ, ਉਹਨੂੰ ਇਹ ਲੱਗਦਾ ਕਿ ਆਪਣਾ ਵੀ ਕੁਝ ਹੋ ਸਕਦਾ। ਅਨੰਦਪੁਰ ਸਾਹਿਬ ਵੀ ਉਹਨੇ 1,24,000 ਦੇ ਕਰੀਬ ਵੋਟ ਲਈ, ਉਹਨੇ ਹੁਸ਼ਿਆਰਪੁਰ ਵੀ 1.5 ਲੱਖ ਦੇ ਕਰੀਬ ਵੋਟ ਲਈ, ਉਹਨੇ ਜਲੰਧਰ ਤੋਂ 2,40,000 ਦੇ ਕਰੀਬ ਵੋਟ ਲਈ, ਜਿਹੜੀ ਇਹਦੇ 'ਚੋਂ BJP ਨੂੰ ਲੱਗਦਾ ਕਿ ਦੁਆਬੇ ਦੇ ਵਿੱਚ। ਇਸੇ ਕਰਕੇ ਦੁਆਬੇ ਦੇ ਵਿੱਚ ਕਾਂਗਰਸੀ ਵੀ ਤੇ ਆਪ ਵੀ ਸਭ ਨੂੰ ਇਹ ਲੱਗ ਰਿਹਾ ਕਿ ਇਸ ਅਲਾਇੰਸ ਨੇ ਸਾਡਾ ਕੰਮ ਗੜਬੜ ਕਰ ਦੇਣਾ, ਜਿਹੜਾ ਉਸ ਪੱਧਰ ਦੇ ਉੱਤੇ। ਬਿਨਾਂ ਸ਼ੱਕ ਵੋਟ ਰਾਜਨੀਤੀ ਦੇ ਵਿੱਚ ਅਕਾਲੀ ਦਲ ਨੂੰ ਤੇ BSP ਨੂੰ ਦੋਨਾਂ ਨੂੰ ਲਾਭ ਉਸ ਲੈਵਲ ਤੇ ਹੋਏਗਾ, ਪਰ ਪੰਜਾਬ ਨੂੰ ਲਾਭ ਹੋਏਗਾ ਇਹ ਤੇ ਕੁਐਸਚਨ ਮਾਰਕ ਹੈ, ਕਿਉਂਕਿ ਇਹ ਕੇਵਲ ਵੋਟ ਰਾਜਨੀਤੀ ਦੇ ਵਿੱਚ ਸੀਟਾਂ ਲੈਣ ਦਾ ਅਲਾਇੰਸ ਹੈ। ਇਹ ਪੰਜਾਬ ਨੂੰ ਬਚਾਉਣ ਦਾ, ਪੰਜਾਬ ਦੇ ਏਜੰਡੇ ਦਾ, ਪੰਜਾਬ ਦੀ ਵਿਚਾਰਧਾਰਾ ਦਾ ਉਸ ਪੱਧਰ ਦੇ ਉੱਤੇ ਅਲਾਇੰਸ ਨਹੀਂ ਹੈ ਜੀ। ਹਮੀਰ ਸਿੰਘ ਜੀ, ਮੌਜੂਦਾ ਸਮੇਂ ਜੇਕਰ ਗੱਲ ਕਰੀਏ ਪੰਜਾਬ ਦੀ, ਤਾਂ ਪੰਜਾਬ 'ਚ BSP ਹੋਵੇ, CPI ਹੋਵੇ, CPM ਹੋਵੇ, ਇਹਨਾਂ ਦੇ ਹਾਲਾਤ ਜਿਹੜੇ ਨੇ ਇੱਕੋ ਵਰਗੇ ਨੇ। ਤੇ ਇਹਨਾਂ ਜੇਕਰ ਹੁਣ ਗੱਲ ਕਰੀਏ ਗੱਠਜੋੜ ਦੀ, ਤਾਂ ਤਿੰਨੋਂ ਸਿਆਸੀ ਪਾਰਟੀਆਂ ਦੀ, ਚਾਹੇ ਸ਼੍ਰੋਮਣੀ ਅਕਾਲੀ ਦਲ ਹੋਵੇ, ਬਹੁਜਨ ਸਮਾਜ ਪਾਰਟੀ ਹੋਵੇ, CPI CPM ਹੋਵੇ, ਇਹਨਾਂ ਦੀ ਵਿਚਾਰਧਾਰਾ ਵੱਖੋ ਵੱਖਰੀ ਰਹੀ ਹੈ। ਫਿਰ ਹੁਣ ਤੁਹਾਨੂੰ ਲੱਗਦਾ ਹੈ ਵੀ ਕਿ ਜੇ ਇਹ ਗੱਠਜੋੜ ਹੁੰਦਾ ਹੈ ਤਾਂ ਇਹਨਾਂ ਦੀ ਵਿਚਾਰਧਾਰਾ ਜਿਹੜਾ ਸਾਂਝੇ ਤੌਰ 'ਤੇ ਮੇਲ ਖਾ ਸਕਣਗੇ? ਜੇਕਰ ਇਹ ਦੇਖਿਆ ਜਾਏ ਕਿ ਵਿਚਾਰਧਾਰਕ ਤੌਰ ਦੇ ਉੱਤੇ, ਵਿਚਾਰਧਾਰਾ ਤਾਂ ਪੁਰਾਣੀ ਅਕਾਲੀ ਦਲ ਕਿੱਥੋਂ ਲੈਂਦਾ ਸੀਗਾ ਸੇਧ? ਅਕਾਲੀ ਦਲ ਗੁਰਬਾਣੀ ਤੋਂ ਸੇਧ ਲੈਂਦਾ ਸੀ, ਔਰ ਜਿਹਦੇ 'ਚ ਸਰਬੱਤ ਦੇ ਭਲੇ ਦਾ ਸਵਾਲ ਹੈ, ਮਜਲੂਮ ਦੀ ਰੱਖਿਆ ਦਾ ਸਵਾਲ ਹੈ, ਦਸਵੰਧ ਕੱਢ ਕੇ ਸਭ ਦੇ ਲਈ ਭਲੇ ਦੀ ਗੱਲ ਕਰਨ ਦਾ ਸਵਾਲ ਹੈ। ਅਕਾਲੀ ਦਲ ਨੇ ਕਿਰਦਾਰ ਬਹੁਤ ਲੰਮਾ ਸਮਾਂ ਨਿਭਾਇਆ ਜੀ, ਬਹੁਤ ਵੱਡੀਆਂ ਜੱਦੋ ਜਹਿਦਾਂ ਕੀਤੀਆਂ ਨੇ, ਬਿਨਾਂ ਕਿਸੇ ਜਾਤ, ਬਿਨਾਂ ਕਿਸੇ ਧਰਮ, ਬਿਨਾਂ ਕਿਸੇ ਬਾਕੀ ਦੇ ਭੇਦਭਾਵ ਤੋਂ ਬਿਨਾਂ ਵੀ ਜੀ। ਪਰ ਉਹ ਇਸੇ ਤਰ੍ਹਾਂ ਹੀ ਜਿਹੜੇ ਕਮਿਊਨਿਸਟਾਂ ਨੇ ਵੀ, ਕਮਿਊਨਿਸਟ ਧਰਮ ਨੂੰ ਉਸ ਰੂਪ 'ਚ ਨਹੀਂ ਮੰਨਦੇ, ਪਰ ਉਹ ਵੀ ਇੱਕ ਇਹ ਕਰਨਾ ਚਾਹੁੰਦੇ ਨੇ ਕਿ ਬਰਾਬਰੀ ਦਾ ਕੁਐਸਚਨ ਹੈ ਜੀ। ਦਲਿਤਾਂ ਨੂੰ ਜਾਂ ਬਹੁਤ ਗਰੀਬ ਸੈਕਸ਼ਨ ਨੂੰ, ਜਿਨ੍ਹਾਂ ਦਾ ਮਤਲਬ ਅਮੀਰ ਆਦਮੀ ਜਾਂ ਅਮੀਰ ਪਾਰਟੀਆਂ ਜਾਂ ਅਮੀਰ ਟਾਈਪ ਦੀ ਕਲਾਸ ਜਿਹੜੀ ਜਿਹਨੂੰ ਕਹਿੰਦੇ ਨੇ ਜਮਾਤੀ ਸੰਘਰਸ਼ ਦਾ ਸਵਾਲ ਹੈ, ਉਹ ਗਰੀਬਾਂ ਦੇ ਪੱਖ 'ਚ ਖੜਨਾ ਤੇ ਉਹਦੇ ਲਈ ਲੜਾਈ ਲੜਨਾ, ਬਹੁਤ ਕੁਰਬਾਨੀਆਂ ਹੋਈਆਂ ਨੇ। ਕਮਿਊਨਿਸਟ ਫਿਲਾਸਫੀ ਦਾ ਵਿਚਾਰਧਾਰਾ ਤੇ ਵੀ ਬਥੇਰੀਆਂ ਕੁਰਬਾਨੀਆਂ ਲੋਕਾਂ ਨੇ ਦਿੱਤੀਆਂ, ਔਰ ਕਈ ਅੰਦੋਲਨ ਵੀ ਲੜੇ। ਚਾਹੇ ਖੁਸ਼ ਹੈਸੀਅਤ ਟੈਕਸ ਦਾ ਸਵਾਲ ਸੀਗਾ ਜਿਹੜਾ ਇੱਥੇ ਲੱਗਿਆ, ਕਿਸਾਨ ਅੰਦੋਲਨ ਦੇ ਵਿੱਚ ਵੀ ਖੱਬੇ ਪੱਖੀਆਂ ਨੇ ਕਾਫੀ ਵੱਡੀ ਭੂਮਿਕਾ ਉਸ ਦੇ ਵਿੱਚ ਨਿਭਾਈ, ਤੇ ਉਹ ਵੀ ਉਸੇ ਤਰ੍ਹਾਂ ਤਲ ਤੋਂ ਪੈਦਾ ਹੋਈ ਚੀਜ਼ ਹੈ। ਸਪਿਰਿਟ ਦੇ ਤੌਰ 'ਤੇ ਤਾਂ ਕੁਰਬਾਨੀ ਔਰ ਲੜਾਈ ਦੇ ਤੌਰ 'ਤੇ ਜੇਕਰ ਦੇਖਿਆ ਜਾਏ, BSP ਇਸ ਵਿਚਾਰਧਾਰਾ ਦੇ ਨਾਂ 'ਤੇ ਆਈ ਕਿ ਅਸਲ 'ਚ ਕਮਿਊਨਿਸਟਾਂ ਨੇ ਵੀ, ਅਕਾਲੀਆਂ ਜਾਂ ਸਭ ਨੇ ਜਾਤ ਦੇ ਕੁਐਸਚਨ ਨੂੰ ਪੂਰੀ ਤਰ੍ਹਾਂ ਐਡਰੈਸ ਨਹੀਂ ਕੀਤਾ ਪ੍ਰੈਕਟੀਕਲੀ, ਤੇ ਉਸ ਜਾਤ ਦਾ ਕੁਐਸਚਨ ਜਿਹੜਾ ਪੂਰੇ ਦੇਸ਼ ਦੇ ਵਿੱਚ ਖੜਾ ਸੀ, ਉਹਨੂੰ ਉਹਨਾਂ ਨੇ ਮਨੂਵਾਦੀ ਵਿਚਾਰਧਾਰਾ ਦੇ ਗਰਭ ਦੇ ਵਿੱਚ ਪਈ ਚੀਜ਼ ਦੇ ਤੌਰ 'ਤੇ ਮੰਨਿਆ।
ਉਹਨਾਂ ਨੇ ਕਿਹਾ ਕਾਂਸੀ ਰਾਮ ਦਾ ਜਿਹੜਾ ਮਿਸ਼ਨ ਸੀ ਕਿ ਅਸੀਂ ਮਨੂਵਾਦ ਦੀ ਵਿਚਾਰਧਾਰਾ ਦੇ ਖਿਲਾਫ ਲੜ ਰਹੇ ਹਾਂ ਤੇ ਇੱਕ ਬਹੁਜਨ ਸਮਾਜ ਦੀ ਵਿਚਾਰਧਾਰਾ ਦੇ ਰਹੇ ਹਾਂ, ਤੇ ਜਿਹਦੇ 'ਚ ਉਹਨਾਂ ਨੇ ਨਾਅਰਾ ਦਿੱਤਾ ਵੋਟ ਹਮਾਰਾ ਰਾਜ ਤੁਹਾਰਾ ਨਹੀਂ ਚੱਲੇਗਾ ਨਹੀਂ ਚੱਲੇਗਾ, ਕਿ ਬਹੁਤ ਛੋਟੇ ਥੋੜੀ ਗਿਣਤੀ ਦੇ ਲੋਕ ਜਿਹੜੇ ਇਹ ਗੱਲ ਕਰਨ। ਤੇ ਉਸ ਦੇ ਵਿੱਚੋਂ ਜੇ ਦੇਖਿਆ ਜਾਏ ਵਿਚਾਰਧਾਰਕ ਐਂਗਲ ਤਾਂ ਸਾਰਿਆਂ ਦਾ ਇਹ ਸੀ ਕਿ ਹੇਠਲੇ ਵਰਗ ਦੀ ਨੂੰ ਤਾਕਤਵਰ ਬਣਾਉਣਾ, ਇੰਪਾਵਰ ਕਰਨਾ, ਪਰ ਕੀ ਪ੍ਰੈਕਟਿਸ ਐਸੀ ਰਹੀ? ਕਿਉਂ ਅਕਾਲੀ ਦਲ ਨਾਲੋਂ ਲੋਕਾਂ ਦਾ ਮੋਹ ਭੰਗ ਹੋਇਆ? ਕਿਉਂਕਿ ਪੰਥਕ ਸਿਆਸਤ ਨਾਲੋਂ ਤੇ ਅਕਾਲੀ ਜਿਹੜੀ ਪੋਲਿਟਿਕਸ ਸੀ, ਵਿਚਾਰਧਾਰਾ ਸੀ, ਉਹਦੇ ਨਾਲੋਂ ਅਕਾਲੀ ਦਲ ਦਾ ਜਿਹੜਾ ਕਿਰਦਾਰ ਹੈ ਬੇਸਿਕਲੀ ਉਹ ਟੋਟਲ ਬਦਲ ਗਿਆ। ਤੇ ਉਹਦੇ 'ਚ ਪਰਿਵਾਰ ਤਾਕਤਵਰ ਹੋ ਗਏ, ਉਹਦੇ 'ਚ ਸਿਧਾਂਤ ਤਾਕਤਵਰ ਨਹੀਂ ਰਿਹਾ, ਉਹ 'ਚ ਬੰਦੇ ਦੌਲਤਮੰਦ ਹੋ ਗਏ, ਉਹਦੇ 'ਚ ਲੋਕ ਦੌਲਤਮੰਦ ਨਹੀਂ ਰਹੇ। ਇਹੀ ਇਹਨਾਂ 'ਚ ਹੋ ਗਿਆ ਬਹੁਜਨ ਸਮਾਜ ਪਾਰਟੀ ਦੇ ਵਿੱਚ ਵੀ। ਕਾਂਸੀ ਰਾਮ ਤੋਂ ਬਾਅਦ ਮਾਇਆਵਤੀ ਜਿਵੇਂ ਕਰਦੇ ਐਲੀਗੇਸ਼ਨ ਆਮ ਲੱਗਦੇ ਨੇ ਕਿ ਸੌਦਾ ਕਰ ਲਿਆ ਹੋਣਾ ਹੈ ਜਾਂ ਫਲਾਨਾ ਹੋ ਗਿਆ ਹੋਣਾ ਹੈ ਜਾਂ ਫਲਾਨਾ ਹੋ ਗਿਆ ਹੋਣਾ ਹੈ। ਜਿੰਨੀ ਵੀ ਲੀਡਰਸ਼ਿਪ ਪੰਜਾਬ 'ਚ ਪਹਿਲਾਂ ਬਹੁਤ ਜੰਗ ਪੜ੍ਹੇ ਲਿਖੇ ਨੌਜਵਾਨ ਬੀਐਸਪੀ 'ਚ ਆਏ ਔਰ ਜਿਹੜੇ ਐਮਪੀ ਵੀ ਬਣੇ, ਕਈ ਐਮਐਲਏ ਵੀ ਬਣੇ, ਤੇ ਜਿਹਨੇ ਵੀ ਮਾੜਾ ਜਿਹਾ ਵੀ ਉੱਪਰਲੀ ਲੀਡਰਸ਼ਿਪ ਦੇ ਖਿਲਾਫ ਕੋਈ ਗੱਲ ਕੀਤੀ, ਛਾਂਗ ਪਰਾਂ ਸਿੱਟਤੇ ਤੇ ਸਾਰੇ ਦੇ ਸਾਰੇ ਵਰਕਰ ਕੱਢੀ ਗਏ। ਤੁਸੀਂ ਬਿਲਕੁਲ ਇੱਕ ਲੀਡਰਸ਼ਿਪ ਮਰਜ ਨਹੀਂ ਕਰਨ ਦਿੱਤੀ ਸਟੇਟ ਲੈਵਲ ਦੀ, ਤੁਸੀਂ ਕੇਂਦਰ ਦੀ ਕਰਨ ਕਰਕੇ ਬਹਿ ਗਏ। ਤੇ ਉਹਦੇ ਕਰਕੇ ਫਿਰ ਇੱਕ ਆਰਗੇਨਾਈਜੇਸ਼ਨ ਬਣੀ ਤੇ ਉਹ ਸਿਧਾਂਤ ਵੀ ਉਸ ਪੱਧਰ ਤੇ ਨਹੀਂ। ਸਿਧਾਂਤ ਕਿਵੇਂ ਰਿਹਾ? ਉਸੇ ਸਿਧਾਂਤ ਦੇ ਤਹਿਤ ਤੁਸੀਂ ਬੀਜੇਪੀ ਨਾਲ ਵੀ ਸਮਝੌਤਾ ਕਰਦੇ ਹੋ, ਤੁਸੀਂ ਕਾਂਗਰਸ ਨਾਲ ਵੀ ਸਮਝੌਤਾ ਕਰਦੇ ਹੋ, ਤੁਸੀਂ ਅਕਾਲੀਆਂ ਨਾਲ ਵੀ ਕਰਦੇ ਹੋ, ਤੁਸੀਂ ਹਰ ਉਹ ਪਾਰਟੀ ਨਾਲ ਸਮਝੌਤਾ ਕਰਦੇ ਹੋ ਜਿਹੜੀ ਮਨੂਵਾਦ ਦੇ ਖਿਲਾਫ ਤੁਸੀਂ ਕਹਿੰਦੇ ਹੋ ਲੜਨਾ ਹੈ। ਪਤਾ ਨਹੀਂ ਮਨੂਵਾਦੀ ਫਿਰ ਕੌਣ ਹੈ ਕੌਣ ਨਹੀਂ ਹੈ, ਸਿਧਾਂਤ ਤਾਂ ਕਿਤੇ ਨਹੀਂ ਦਿਖਾਈ ਦੇ ਰਿਹਾ। ਕਮਿਊਨਿਸਟ ਹੌਲੀ ਹੌਲੀ ਵੈਸੇ ਖੂੰਜੇ ਲੱਗਦੇ ਗਏ, ਮਤਲਬ ਉਹਨਾਂ ਦੇ ਪ੍ਰਭਾਵ ਵੀ ਡਾਊਨ ਚਲਾ ਗਿਆ ਪੰਜਾਬ 'ਚ, ਖਾਸ ਤੌਰ 'ਤੇ ਪੂਰੇ ਦੇਸ਼ ਦੇ ਵਿੱਚ ਵੀ ਜੇਕਰ ਆਪਾਂ ਦੇਖਦੇ ਹਾਂ ਬੜੇ ਪੱਧਰ 'ਤੇ। ਇਸ ਲਈ ਵਿਚਾਰਧਾਰਕ ਤਾਂ ਕੁਐਸਚਨ ਨਾ ਲੱਗ ਗਿਆ। ਹੁਣ ਵਿਚਾਰਧਾਰਕ ਦੇ ਧਾਰਾ ਦੇ ਆਧਾਰ 'ਤੇ ਅਸੀਂ ਨਾ ਸਿਆਸਤ ਕਰ ਰਹੇ ਹਾਂ, ਨਾ ਵਿਚਾਰਧਾਰਾ ਦੇ ਆਧਾਰ 'ਤੇ ਲੋਕਾਂ ਦੀ ਲਾਮਬੰਦੀ ਕਰਕੇ ਇੱਕ ਤਬਦੀਲੀ ਦੀ ਕੋਈ ਗੱਲ ਕਰ ਰਹੇ ਹਾਂ। ਹੁਣ ਤਾਂ ਸੱਤਾ ਹਾਸਲ ਕਰਨ ਦੀ ਗੱਲ ਕਰ ਰਹੇ ਹਾਂ। ਇਹ ਸੱਤਾ ਹਾਸਲ ਕਰਨ ਦੇ ਗੱਠਜੋੜ ਦਾ ਨਮੂਨਾ ਹੈ, ਨਾ ਕਿ ਇਹ ਵਿਚਾਰਧਾਰਕ ਤੌਰ 'ਤੇ ਉਸ ਪੱਧਰ ਦਾ ਨਮੂਨਾ ਜੀ। ਹਮੀਰ ਸਿੰਘ ਜੀ, ਜਦੋਂ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦਾ ਗਠਜੋੜ ਹੋਇਆ, ਉਸੇ ਦਿਨ ਤੋਂ ਦੋਵੇਂ ਪਾਰਟੀਆਂ ਦੇ ਆਗੂਆਂ ਵੱਲੋਂ ਵੱਡੇ ਜਿਹੜੇ ਭਾਈਵਾਲੀ ਨੂੰ ਲੈ ਕੇ ਦਾਅਵੇ ਕੀਤੇ ਜਾ ਰਹੇ ਨੇ। ਅਸੀਂ ਜਾਣਨਾ ਚਾਹਾਂਗੇ ਦੋਵੇਂ ਪਾਰਟੀਆਂ ਦੇ ਜਿਹੜਾ ਭਾਈਵਾਲੀ ਦਾ ਪਿਛੋਕੜ ਕਿਸ ਤਰ੍ਹਾਂ ਦਾ ਜਿਹੜਾ ਹੁਣ ਤੱਕ ਰਿਹਾ? ਇਹਦੇ 'ਚ ਪਿਛੋਕੜ ਤਾਂ ਹਮੇਸ਼ਾ ਹੀ ਜਿਵੇਂ ਬੀਜੇਪੀ ਨਾਲ ਤੇ ਜਨਸੰਘ ਨਾਲ ਵੀ ਅਕਾਲੀ ਦਲ ਦਾ ਕਾਫੀ ਪੁਰਾਣਾ ਰਿਸ਼ਤਾ ਹੈ ਜੀ। ਸ਼ੁਰੂ 'ਚ ਜਦੋਂ 66 ਤੋਂ ਪਹਿਲਾਂ ਵੀ ਇਹ ਨਾਲ ਇਕੱਠੇ ਚੋਣਾਂ ਲੜੇ ਤੇ ਬਾਅਦ 'ਚ ਵੀ ਲੜੇ, ਪਰ ਕਿਉਂਕਿ ਵਿਚਾਰਧਾਰਕ ਬਖਰੇਵੇਂ ਬਹੁਤ ਵੱਡੇ ਸੀ। ਗੁਰੂ ਨਾਨਕ ਦੇਵ ਯੂਨੀਵਰਸਿਟੀ ਬਣਾਉਣ 'ਤੇ ਕਲੈਸ਼ ਹੋਇਆ ਤੇ ਉਹ ਕਹਿੰਦੇ ਸੀ ਵਿਵੇਕਾਨੰਦ ਦੇ ਨਾਂ 'ਤੇ ਬਣਾਓ, ਗੁਰੂ ਨਾਨਕ ਦੇਵ ਦੇ ਨਾਂ ਬਣਾਓ। ਉਹਦੇ ਆਧਾਰ 'ਤੇ ਅਕਾਲੀ ਦਲ ਤੋਂ ਸਪੋਰਟ ਵਿਡਰਾ ਕੀਤੀ ਤੇ ਅਕਾਲੀ ਦਲ ਦੀ ਸਰਕਾਰ ਡਿੱਗੀ ਪੰਜਾਬ ਦੇ ਵਿੱਚ। ਤੇ ਫਿਰ ਦਰਬਾਰ ਸਾਹਿਬ 'ਤੇ ਹਮਲੇ ਦੇ ਤੌਰ 'ਤੇ ਤੁਸੀਂ ਦੇਖੋ ਕਿ ਕਾਂਗਰਸ ਨੇ ਹਮਲਾ ਕੀਤਾ ਤੇ ਅਟਲ ਬਿਹਾਰੀ ਵਾਜਪਾਈ ਤੋਂ ਲੈ ਕੇ ਅਡਵਾਨੀ ਤੋਂ ਲੈ ਕੇ ਸਾਰਿਆਂ ਨੇ ਪਰਹੇਜ਼ ਕੀਤੀ। ਇੰਦਰਾ ਨੂੰ ਦੁਰਗਾ ਮਾਤਾ ਦਾ ਖਿਤਾਬ ਦਿੱਤਾ ਉਸ ਪੱਧਰ ਦੇ ਉੱਤੇ। ਵਿਚਾਰਧਾਰਾ ਤਾਂ ਕਾਂਗਰਸ ਤੇ ਬੀਜੇਪੀ ਦੀ ਨੇੜੇ ਤੇੜੇ ਹੈ, ਬਲਕਿ ਸੈਂਟਰਲਾਈਜੇਸ਼ਨ ਦੇ ਮਾਮਲੇ ਦੇ ਵਿੱਚ ਕੇਵਲ ਇੱਕ ਛੋਟਾ ਜਿਹਾ ਸੈਕੂਲਰਿਜ਼ਮ ਦੇ ਮਾਮਲੇ ਦੇ ਵਿੱਚ ਵੀ ਕਾਂਗਰਸ ਸੌਫਟ ਹਿੰਦੂਤਵ ਦੀ ਗੱਲ ਕਰਦੀ ਸੀ ਤੇ ਉਹ ਸਿੱਧੇ ਤੂਤ ਨੰਗੇ ਚਿੱਟੇ ਰੂਪ 'ਚ ਕਰਦੀ ਹੈ। ਤੇ ਅਕਾਲੀ ਦਲ ਦੀ ਵਿਚਾਰਧਾਰਾ ਤਾਂ ਉਹਦੇ ਨਾਲ ਕਦੇ ਨਹੀਂ ਸੀ ਜੁੜਦੀ। ਪਰ ਸਰਕਾਰ ਬਣਾਉਣ ਦੇ ਵਾਸਤੇ ਕਿਉਂਕਿ ਇੱਕ ਮਾਹੌਲ ਸੀ, ਸ਼ਾਇਦ ਉਦੋਂ ਲੱਗਦਾ ਸੀ ਅਕਾਲੀ ਦਲ ਨੂੰ, ਮੇਰੇ ਖਿਆਲ 97 ਤੋਂ ਬਾਅਦ ਖਾਸ ਤੌਰ 'ਤੇ, ਕਿ ਜੇ ਅਸੀਂ ਰਾਸ਼ਟਰੀ ਪੱਧਰ 'ਤੇ ਕਿਸੇ ਇੱਕ ਨਾਲ ਨਾ ਜੋੜੇ ਤਾਂ ਸਾਨੂੰ ਰਾਜ ਚਲਾਉਣ ਦਾ ਮੌਕਾ ਨਹੀਂ ਮਿਲਣਾ। ਬਿਲਕੁਲ ਇਹ ਵਾਜਬ ਦਲੀਲ ਵੀ ਸੀ। ਵਾਜਬ ਗੱਲ ਇਸ ਕਰਕੇ ਸੀ ਕਿਉਂਕਿ ਉਦੋਂ ਪਹਿਲਾਂ ਕੇਂਦਰ ਸਰਕਾਰ ਲਗਾਤਾਰ ਸਰਕਾਰਾਂ ਤੋੜਦੀ ਰਹੀ ਤੇ 97 ਤੋਂ ਬਾਅਦ ਅਕਾਲੀ ਦਲ ਪੂਰਾ 5 ਸਾਲ ਕਰਦਾ ਰਿਹਾ ਤੇ ਉਸ ਲੈਵਲ ਦੀਆਂ ਚੀਜ਼ਾਂ ਉਹੀ ਤਰੀਕੇ, ਕਿਉਂਕਿ ਜਦੋਂ ਉਹਨਾਂ ਦੇ ਮੁਤਾਬਕ ਚੱਲੋਗੇ ਜਿਹੜੀ ਸੈਂਟਰਲ ਸਟੇਟ ਹੈ ਤਾਂ ਤੁਹਾਨੂੰ ਉਹਨਾਂ ਨੂੰ ਕੋਈ ਦਿੱਕਤ ਨਹੀਂ। ਉਹਨਾਂ ਨੂੰ ਦਿੱਕਤ ਕਦੋਂ ਹੈ? ਜਦ ਤੁਸੀਂ ਆਪਣੀ ਅਲੱਗ ਵਿਚਾਰਧਾਰਾ ਰੱਖਦੇ ਹੋਏ ਕੋਈ ਕੰਮ ਕਰਨਾ ਚਾਹੁੰਦੇ ਹੋ, ਕੋਈ ਕਦਮ ਉਠਾਉਣਾ ਚਾਹੁੰਦੇ ਹੋ, ਤਾਂ ਤੁਹਾਡੇ ਖਿਲਾਫ ਉਹ ਹੁੰਦੇ ਨੇ। ਜਦ ਤੁਸੀਂ ਮਰਜਰ ਹੋ ਗਏ ਇੱਕ ਟਾਈਪ ਦੇ, ਉਸੇ ਤਰੀਕੇ ਨਾਲ ਰੂਲ ਕਰਨ ਲੱਗੇ, ਫਿਰ ਉਹਨਾਂ ਨੂੰ ਕੋਈ ਬਹੁਤ ਜ਼ਿਆਦਾ ਉਹ ਹੋਇਆ ਨਹੀਂ। ਔਰ ਇਹੀ ਬਸਪਾ ਨੇ ਤਾਂ 2.5 ਸਾਲ ਵੀ ਕੀਤੇ ਬੀਜੇਪੀ ਦੇ ਆਪਦੇ ਨਾਲ। ਜਦੋਂ 2.5 ਸਾਲ ਉਹਨਾਂ ਦਾ ਮੌਕਾ ਆਇਆ ਫਿਰ ਕਹਿੰਦੇ ਅਸੀਂ ਨਹੀਂ ਆ। ਫਿਰ ਬਸਪਾ ਨੇ ਐਸਪੀ ਸਮਾਜਵਾਦੀ ਪਾਰਟੀ ਤੇ ਬਸਪਾ ਦਾ ਵੀ ਹੋਇਆ ਆਪਸ ਦੇ ਵਿੱਚ, ਉਹਦੇ 'ਚ ਵੀ ਇੱਕ ਵਾਰ ਰੂਲ ਵੀ ਕੀਤਾ ਤੇ ਫਿਰ ਪ੍ਰੋਬਲਮ ਉਸੇ ਲੈਵਲ ਦੀ ਆ ਗਈ। ਮਤਲਬ ਹਰ ਪਾਰਟੀ ਨਾਲ, ਕੇਵਲ ਯੂਪੀ ਦੇ ਵਿੱਚ ਤਾਂ ਕੀਤਾ ਹੀ ਕੀਤਾ ਤੇ ਨੈਸ਼ਨਲ ਲੈਵਲ 'ਤੇ ਵੀ ਕਈ ਅਲਾਇੰਸ ਵੱਖ-ਵੱਖ ਤਰੀਕੇ ਨਾਲ ਹੋਏ। ਇਹ ਮੈਰਿਜ ਆਫ ਕਨਵੀਨੀਅੰਸ 'ਤੇ ਸਿਸਟਮ ਚੱਲਦਾ। ਸੱਤਾ 'ਚ ਕਿਹਨੂੰ ਕਿੰਨਾ ਫਾਇਦਾ ਕਦ ਤੱਕ ਹੁੰਦਾ ਤੇ ਕਦ ਤੱਕ ਨਾਲ ਹੈ। ਕੋਈ ਜਿਹੜੇ ਕਿਹਾ ਜਾਂਦਾ ਕਿ ਸਿਧਾਂਤਕ ਨੇ ਜਾਂ ਬਾਕੀ ਨੇ, ਉਹੋ ਜਿਹਾ ਕੋਈ ਬੈਕਗਰਾਊਂਡ ਨਹੀਂ ਦੱਸਦੀ ਕਿ ਇਹ ਕੋਈ ਸਿਧਾਂਤਕ ਗੱਠਜੋੜ ਨੇ ਜਾਂ ਬਾਕੀ ਚੀਜ਼ਾਂ ਨੇ। ਉਹਨੂੰ ਧਿਆਨ 'ਚ ਰੱਖ ਕੇ ਮਤਲਬ ਨਹੀਂ ਚੱਲਿਆ ਜਾ ਰਿਹਾ। ਇਸੇ ਕਰਕੇ ਇਹ ਜਿਹੜਾ ਇੱਕ ਬਿਰਤਾਂਤ ਸਿਰਜਣ ਦੀ ਕੋਸ਼ਿਸ਼ ਹੋ ਰਹੀ ਹੈ ਉਹ ਨਹੀਂ ਹੈ। ਜੇ ਬਿਰਤਾਂਤ ਸਿਰਜਣ ਦੀ ਕੋਸ਼ਿਸ਼ ਤਾਂ ਹੋ ਰਹੀ ਹੈ, ਤੁਹਾਡੇ ਸਾਹਮਣੇ ਆ ਕਿ ਕਿੱਡਾ ਵੱਡਾ ਕਿਸਾਨ ਮੋਰਚਾ ਚੱਲ ਰਿਹਾ
ਤੇ ਕਿਸਾਨ ਮੋਰਚੇ ਦਾ ਅਜੇ ਕੁਝ ਕਰਨ ਦਿਓ ਨਾ, ਲੜੋ ਉਹਦੇ ਲਈ ਘੱਟੋ ਘੱਟ। ਜੇ ਤੁਸੀਂ ਉਹਦੇ ਫੇਵਰ ਦੇ ਵਿੱਚੋਂ, ਜੇ ਤੁਸੀਂ ਇਹ ਕਹਿ ਰਹੇ ਹੋ ਬੀਜੇਪੀ ਦੇ ਖਿਲਾਫ ਆ, ਜੇ ਹਿੰਦੂਤਵ ਦੇ ਖਿਲਾਫ ਆ, ਬਾਕੀ ਆ, ਤੁਸੀਂ ਟੋਟਲ ਤਾਕਤ ਝੋਕੋ। ਉਹਦੇ ਅਜੇ ਟਾਈਮ ਪਿਆ 2022 ਵਾਲਾ, ਉਸ ਤੋਂ ਬਾਅਦ ਕਰ ਲਿਓ ਜੇਕਰ ਕਰਨਾ ਹੋਏਗਾ। ਪਰ ਸਾਰਿਆਂ ਨੂੰ ਉਹ ਨਹੀਂ ਹੈ। ਹਾਂ, ਇੱਕ ਗੱਲ ਜ਼ਰੂਰ ਇਹਦੇ 'ਚੋਂ ਦੇਖਣ ਵਾਲੀ ਹੈ ਕਿ ਜੇਕਰ CPI CPM ਦਾ ਵੀ ਸਮਝੌਤਾ, ਜਿਵੇਂ ਅਕਾਲੀ ਦਲ ਦੇ ਲੀਡਰ ਦਾਅਵਾ ਕਰ ਰਹੇ ਨੇ ਜਾਂ CPI ਦੇ ਕੁਝ ਆਗੂਆਂ ਨੇ ਸੰਕੇਤ ਦਿੱਤਾ ਹੈ, ਇਸ ਗੱਠਜੋੜ ਦੇ ਨਾਲ ਹੋ ਜਾਂਦਾ ਹੈ, ਤਾਂ ਕਿਸਾਨ ਅੰਦੋਲਨ ਦੇ ਵਿੱਚ ਕੁਝ ਗੜਬੜ ਪੈਦਾ ਹੋਣੀ ਸੰਭਵ ਹੈ। ਉਹਦਾ ਕਾਰਨ ਹੈ, ਕਾਰਨ ਇਹ ਹੈ ਕਿ ਜਿਹੜੀਆਂ ਪੰਜਾਬ ਦੀਆਂ 32 ਜਥੇਬੰਦੀਆਂ ਨੇ ਤੇ ਸੰਯੁਕਤ ਮੋਰਚਾ ਜੀ, ਉਹਦੇ ਵਿੱਚ, ਸੰਯੁਕਤ ਮੋਰਚੇ ਦੇ ਵਿੱਚ ਜਿਹੜੇ ਹਿੱਸੇਦਾਰ ਧਿਰਾਂ ਨੇ ਉਹ CPI ਤੇ CPM ਦੀਆਂ ਕਿਸਾਨ ਸਭਾਵਾਂ ਵੀ ਨੇ ਜੀ। ਹੁਣ ਮੋਰਚਾ ਇੱਕ ਰਲ ਕੇ ਸਟੈਂਡ ਲੈ ਰਿਹਾ, ਤੇ ਜੇ ਇੱਕ ਧਿਰ ਉਹਦੇ, ਉਹ ਮੋਰਚੇ ਦੀਆਂ ਜਥੇਬੰਦੀਆਂ ਇੱਕ ਪੋਲੀਟੀਕਲ ਸਟੈਂਡ ਅਲੱਗ ਲੈਣਗੀਆਂ, ਆਪਦੇ ਨਾਲ ਲੈਣਗੀਆਂ, ਤਾਂ ਮੋਰਚੇ ਤੇ ਆਉਣ 'ਚ ਆਉਣੀ ਲਾਜ਼ਮੀ ਹੈ। ਹੁਣ ਉਹ ਫਿਰ ਮੋਰਚਾ ਇਕਜੁੱਟ ਸਟੈਂਡ ਨਹੀਂ ਲੈ ਸਕੇਗਾ ਕਿਸੇ ਵੀ ਰੂਪ ਦੇ ਵਿੱਚ। ਇਸ ਕਰਕੇ ਮੈਨੂੰ ਇਹ ਲੱਗਦਾ ਕਿ CPI CPM ਨੂੰ ਬਹੁਤ ਜਲਦਬਾਜ਼ੀ ਨਾ ਕਰਕੇ ਅਜੇ ਕਿਸਾਨੀ ਅੰਦੋਲਨ ਦੇ ਵਿੱਚ ਫੋਕਸ ਕਰਨ ਦਾ ਸਵਾਲ ਹੈ। ਤੇ ਜੇ ਉਹ ਫੋਕਸ ਉੱਥੇ ਹੁੰਦਾ ਰਹੂਗਾ ਤੇ ਉਦੋਂ ਬਾਅਦ ਨੇੜੇ ਜਾ ਕੇ ਕਿਸੇ ਨਾਲ ਅਲਾਇੰਸ ਕਰਨਾ ਨਹੀਂ ਕਰਨਾ, ਉਦੋਂ ਬਾਅਦ ਦਾ ਸਵਾਲ ਹੈ। ਪਰ ਲੋਕਾਂ ਦੀ ਉਮੀਦ ਇਹ ਹੈ ਕਿ ਕਿਸਾਨ ਲੀਡਰਸ਼ਿਪ ਵੀ ਬੈਠ ਕੇ ਸਿਆਸੀ ਪੱਤੇ ਆਪਣੇ ਖੋਲ੍ਹੇ ਹੌਲੀ ਹੌਲੀ, ਕਿ ਉਹ ਕਿੱਧਰ ਜਾਏਗੀ, ਕਿ ਉਹ ਉਮੀਦ ਤੋਂ ਬਿਨਾਂ ਜੇ ਜੇ ਖੇਡਣੇ ਸ਼ੁਰੂ ਹੋ ਗਏ ਤਾਂ ਕਾਫੀ ਜ਼ਿਆਦਾ ਗੜਬੜਾੜਾ ਮਾਹੌਲ ਪੈਦਾ ਹੋਣ ਦੀਆਂ ਸੰਭਾਵਨਾਵਾਂ ਨੇ। ਕਿਉਂਕਿ ਸਾਰੀਆਂ ਧਿਰਾਂ ਨਹੀਂ, ਪਾਸਲਾ ਗਰੁੱਪ ਵੀ ਇਲੈਕਸ਼ਨ ਲੜ ਰਿਹਾ, ਨਿਊ ਡੈਮੋਕ੍ਰੇਸੀ ਵੀ ਇਲੈਕਸ਼ਨ ਲੜਦੀ ਹੈ ਪਹਿਲਾਂ ਹੀ, ਲਿਬਰੇਸ਼ਨ ਵੀ ਪਹਿਲਾਂ ਹੀ ਇਲੈਕਸ਼ਨ ਲੜਦੀ ਹੈ, ਤੇ ਇਹ ਵੀ ਸਾਰੇ ਇਲੈਕਸ਼ਨ ਜਿਹੜੇ ਲੜਦੇ ਨੇ। ਇਦੋਂ ਪਹਿਲਾਂ ਰਾਜੇਵਾਲ ਵੀ, ਲੱਖੋਵਾਲ ਵੀ ਕਿਸੇ ਨਾ ਕਿਸੇ ਧਿਰ ਦੀ ਹਮਾਇਤ ਕਰਦੇ ਰਹੇ ਨੇ ਚੋਣਾਂ ਦੇ ਵਿੱਚ। ਸਾਰੇ ਲੋਕ ਕਿਸੇ ਨਾ ਕਿਸੇ ਪੋਲੀਟੀਕਲ ਧਿਰ ਦੇ ਤੌਰ 'ਤੇ ਤਾਂ ਜਾਂਦੇ ਨੇ ਨਾ ਉੱਥੇ ਜਾ ਕੇ। ਤਾਂ ਇਹਨਾਂ ਚੋਣਾਂ 'ਚ ਸਮਾਂ ਰਹਿੰਦੇ ਹੀ ਆਪਸ 'ਤੇ ਇੱਕ ਮੰਥਨ ਕਰਨ ਦੀ ਲੋੜ ਹੈ ਨਵੇਂ ਮਾਹੌਲ ਦੇ ਵਿੱਚ। ਕਿਸਾਨ ਮੋਰਚਾ ਨਵੇਂ ਸਿਆਸੀ ਸਮੀਕਰਨਾਂ ਦੇ ਵਿੱਚ ਵੱਡੀ ਭੂਮਿਕਾ ਨਿਭਾ ਸਕਦਾ ਹੈ ਪੰਜਾਬ ਦੇ ਵਿੱਚ। ਉਹ ਏਜੰਡੇ ਦੇ ਤੌਰ 'ਤੇ ਨਿਭਾਉਣੀ ਚਾਹੀਦੀ ਹੈ। ਪੰਜਾਬ ਨੂੰ ਏਜੰਡਾ ਬੇਸਡ ਪੋਲੀਟਿਕਸ 'ਤੇ ਕੇਂਦਰਿਤ ਜੇ ਧਿਆਨ ਕਰਾ ਦੇ ਮੋਰਚਾ, ਤਾਂ ਘੱਟੋ ਘੱਟ ਇਹ ਜਿਹੜੇ ਕੇਵਲ ਸੱਤਾ ਲਈ ਅਲਾਇੰਸ ਨੇ, ਇਹਨਾਂ ਦੀ ਬਜਾਏ ਪੰਜਾਬ ਦੇ ਫਿਊਚਰ ਦਾ, ਪੰਜਾਬ ਦੇ ਭਵਿੱਖ ਦੇ ਇੱਕ ਏਜੰਡੇ 'ਤੇ ਜਦੋਂ ਪੰਜਾਬੀ ਲੋਕ ਚਰਚਾ ਕਰਨਗੇ ਤਾਂ ਕੁਝ ਰਾਹ ਨਵਾਂ ਨਿਕਲ ਸਕਦਾ, ਤੇ ਨਵਾਂ ਰਾਹ ਹੀ ਪੰਜਾਬ ਦੇ ਜਿਹੜੇ ਭਵਿੱਖ ਦੇ ਵਿੱਚ ਕੋਈ ਵੱਡਾ ਰੋਲ ਨਿਭਾ ਸਕਦਾ। ਨਹੀਂ ਫਿਰ ਲੋਕਾਂ ਸਾਹਮਣੇ ਜਦੋਂ ਕੋਈ ਅਲਟਰਨੇਟ ਬਣਾ ਰਿਹਾ, ਇਹਨਾਂ 'ਚੋਂ ਕਿਸੇ ਨੂੰ ਚੁਣਨਾ ਤਾਂ ਫਿਰ ਇਹਨਾਂ 'ਚੋਂ ਚੁਣਨ ਦੀ ਮਜਬੂਰੀ ਹੋਏਗੀ, ਹੋਰ ਤਾਂ ਕੋਈ ਰਸਤਾ ਨਹੀਂ ਹੈ। ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।